ਨਾ ਹੀ ਹੈ ਲੇਕਿਨ ਮੈਂ ਪਹਿਲਾਂ ਕਿਸੇ ਨੇ ਫੋਨ ਤਾਂ ਨਹੀਂ ਕੀਤਾ ਕਿ ਫਲਾਣਾ ਕੰਮ ਹੈ ਜੋ ਅੱਲਾ ਮਾਫੀ ਦੇਵੇ ਖੈਰ ਹੋਣੀ ਇਹ ਚਾਹੀਦੀ ਨਹੀਂ ਕਰ ਹੋਣਾ ਚਾਹੀਦਾ ਕਿਨੇ ਝੂਠ ਕੌਣ ਮਾਰਦਾ ਮੈਨੂੰ ਇੱਕ ਗੱਲ ਦੱਸ ਜਿਹੜੇ ਸਿਆਣੇ ਪੁੱਤਰ ਧੀਆਂ ਨੇ ਨਾ ਹਾਂਜੀ ਉਹ ਨਹੀਂ ਮਾਰਦੇ ਅੱਗੇ ਲੋਕਾਂ ਦਾ ਹੁੰਦਾ ਸੀ ਅੱਗੇ ਮਾਰਦੇ ਮਜ਼ਾਕ ਕਰਨੇ ਇੱਕ ਦੂਜੇ ਤੇ ਪਾਣੀ ਸੁੱਟਣਾ ਚਿੱਕੜ ਸੁੱਟਣਾ ਇਹ ਕਦਾ ਹੁਣ ਲੋਕ ਪੜ੍ਹੇ ਲਿਖੇ ਨੇ ਸਮਝਦਾਰ ਨੇ ਹੁਣ ਝੂਠ ਮਾਰ ਕੇ ਜ਼ਰੂਰ ਕਿਸੇ ਨੂੰ ਧੂੰ ਦੇਣਾ ਦਿਲ ਦਾ ਅਟੈਕ ਕਰਾਣਾ ਹਾਂ ਅੱਗੇ ਹੁਣ ਕਮਜ਼ੋਰੇ ਹੋ ਗਏ ਨੇ ਲੋਕ ਹੁਣ ਉਹ ਦਿਲ ਜਿਗਰੇ ਸਖਤ ਸਨ ਤੱਗ ਲੈਂਦੇ ਸਨ ਹੁਣ ਮੇਰਾ ਬੱਚਾ ਆਇਆ ਝੂਠ ਮਾਰ ਕੇ ਤੇ ਮੇਰੇ ਤੇਰੇ ਵਰਗੀ ਵਡੇਰੀ ਮਾਂ ਜਿਹੜੀ ਉਹਨੂੰ ਤੇ ਅਟੈਕ ਹੋ ਜਾਂਦਾ ਕਿਉਂਕਿ ਸਾਰੀਆਂ ਤੇ ਪਰਦੇਸਾਂ ਚ ਪੁੱਤਰ ਘੱਲ ਕੇ ਤੇ ਹੱਥਲ ਹੋ ਕੇ ਅੱਗੇ ਹੀ ਬੈਠੀਆਂ ਨੇ ਦਿਲ ਉਹਨਾਂ ਦੇ ਅੱਗੇ ਚੂ ਮੂੰਹ ਪੇ ਕਰਦੇ ਨੇ ਜੀ ਗੱਲ ਲਿਹਾਜ਼ਾ ਝੂਠ ਨਹੀਂ ਮਾਰਨਾ ਝੂਠ ਨਹੀਂ ਮਾਰਨਾ ਇਸ ਵਾਸਤੇ ਪੁੱਤਰ ਜੇ ਹੋਵੇ ਵੀ ਨਾ ਤੇ ਕਦੀ ਨਾ ਕਿਸੇ ਅੱਗੇ ਮਾਰੋ ਕਿਸੇ ਦੀ ਮਾਂ ਤੱਤੀ ਦਾ ਕਿਸੇ ਦੀ ਬੀਵੀ ਦਾ ਦਿਲ ਨਾ ਦੁਖੇ ਆਪਣੇ ਕੋਲੋਂ ਕੋਸ਼ਿਸ਼ ਹੀ ਕਰੋ ਕਿ ਝੂਠ ਵੱਜੇ ਹੀ ਨਾ ਬਿਲਕੁਲ ਸਹੀ ਜੀ ਹਾਂ ਕੀ ਹੋਇਆ ਜੇ ਆ ਵੇਖਾ ਤੰਦੂਰੀ ਆਖਿਆ ਸੀ ਤਾਨੀ ਆ ਤੇ ਛੋਲੇ ਵਾਲੀਆਂ ਰੋਟੀਆਂ ਪਕਾਣੀਆਂ ਹਾਂ ਕੁੱਟ ਕੇ ਨਾ ਤੇ ਕੀ ਹੋਇਆ ਜੇ ਵੇਖ ਤੁਸੀਂ ਆਈ ਤੇ ਵਡੇਰੀਆਂ ਦੀਆਂ ਰੱਖ ਰਖਾਵਾਂ ਇੰਨੀ ਕੁ ਮੇਰਾ ਪੁੱਤਰ ਤੁਸਾਂ ਨਾ ਮੇਰੀਆਂ ਸ਼ਾਵਾਂ ਸਾਬੀਆਂ ਹੁਣ ਆ ਤਰੋੜੇ ਚ ਤੰਦੂਰੀ ਤੂੜੀ ਮੰਗਾਈ ਹੈ ਮਿੱਟੀ ਲਿਆ ਕੇ ਆਵੇ ਆ ਸਾਰੀ ਖਾ ਕੇ ਹਾਂ ਕੀ ਕਰਾਂ ਇਹ ਬੜੀ ਖਾਕਤੀ ਇਹਦਾ ਹੁਣ ਕੀ ਕਰੀਏ ਕਿਹੜੇ ਪਾਸੇ ਜਾ ਇਹ ਕੀ ਕਰਨਾ ਇਹ ਗੋਗੇ ਨੂੰ ਚੁਕਾਨੀ ਆ ਉਹਨੂੰ ਆਨੀਆਂ ਆ ਢੱਕਣ ਵੀ ਬਣਵਾ ਤੇ ਥੱਲੇ ਥੱਲਾ ਵੀ ਲਵਾ ਤੇ ਆ ਵਿੱਚੋਂ ਕੱਢਣੀ ਆ ਨਾ ਹੁਣ ਆ ਕੱਢ ਕੇ ਤੇ ਮੈਂ ਨਵੀਂ ਲੈ ਆਉਨੇ ਆ ਕੀ ਨਵੀਂ ਲੈ ਆ ਤੰਦੂਰੀ ਤੰਦੂਰੀ ਵਿੱਚ ਨਵੀਂ ਲਿਆ ਕੇ ਕੱਢਾਂਗੀ ਕਿ ਇਹ ਵੀਡੀ ਤੇ ਮੇਰੀ ਸਹੀ ਹੈ ਨਾ ਕਿਉਂ ਕੋ ਗਿਆ ਇਹ ਮੇਰਾ ਪੁੱਤਰ ਨਾ ਵੀਡੀ ਸਹੀ ਹੈ ਤੇ ਤੰਦੂਰੀ ਲਿਆ ਕੇ ਦੇ ਇਹ ਮਾਂ ਜੀ ਕੋਲੋਂ ਕੱਢਣਾ ਤੇ ਸਾਰੀ ਉਂਝ ਭੁੱਲ ਜਾਣੀ ਵੇ ਨਹੀਂ ਮੈਂ ਭੋਰਦੀ ਭੁੱਲ ਜਾਣੀ ਜੇ ਆ ਸਾਰੀ ਮੈਨੂੰ ਮੁੱਕੀ ਪਤਾ ਵੇ ਮੈਨੂੰ ਇਹ ਬਣਵਾ ਕੇ ਲਿਆ ਕੇ ਚਲੋ ਨਵੀਂ ਇਹ ਨਵੀਂ ਬਣਵਾ ਲੈ ਮੈਂ ਵਿੱਚ ਹੁਣ ਮੌਸਮ ਸੀ ਮਿੱਸੀਆਂ ਰੋਟੀਆਂ ਪਕਾਉਣ ਦਾ ਆ ਕਣਕਾਂ ਵੱਡੀਆਂ ਜਾਂ ਤੇ ਪਤਾ ਛੋਲੇ ਵਾਲੀਆਂ ਰੋਟੀਆਂ ਪਕਾਈਆਂ ਏਡੀਆਂ ਸਵਾਦ ਆ ਆਉਂਦਾ ਤੇ ਨਵੀਂ ਬਣਾ ਦੇਣੇ ਵਿੱਚ ਗੰਡੇ ਪਾ ਕੇ ਮਰਚਾਂ ਪਾ ਕੇ ਬਿਹਤਰੀਨ ਹੈ ਆ ਨਾ ਕਰੋ ਤੁਸੀਂ ਏਡਾ ਨਾ ਕਰੋ ਬਸ ਇੱਕੋ ਹੀ ਗੱਲ ਇਹਦਾ ਹੈ ਕੰਮ ਨਾ ਕੱਲ ਦੀ ਕਰੋ। ਲੱਗੀ ਆ ਨਾ ਸਾਰੇ ਕੰਮਾਂ ਵੇਲੇ ਦਾਣੇ ਵੀ ਇੰਨੇ ਧੁੱਪੇ ਨਹੀਂ ਸਾਰੇ ਭੜੋਲੇ ਵੇਲੇ ਕੀਤੇ ਨਹੀਂ ਸਾਰੀਆਂ ਸਫਾਈਆਂ ਚਲਾਣੀ ਜਿਹੜੀ ਸੀ ਮੇਰੀ ਮੇਰੀ ਸ਼ੁਕਰ ਹੈ ਅੱਲਾ ਦਾ ਕਿ ਤੁਹਾਡੀ ਮਸ਼ੀਨ ਸਹੀ ਹੋ ਗਈ ਸ਼ੁਕਰ ਹੈ ਅੱਲਾ ਦਾ ਮੈਂ ਆਪਣੀ ਕਰੀ ਸਰੀ ਬਣਾਈ ਹੋਈ ਹੈ ਤੂੰ ਜਿਹੜਾ ਸਾਨ ਚਾੜਿਆ ਸਾ ਲੈ ਕੇ ਗਿਆ ਸਾ ਮੋਢਿਆਂ ਤੇ ਚੁੱਕ ਕੇ ਤੇ ਉਸੇ ਤਰ੍ਹਾਂ ਉਹ ਜਿਵੇਂ ਦੀ ਐਸੀ ਹੋਈ ਲਿਆ ਮੇਰੇ ਸਿਰ 'ਚ ਮਾਰੀ ਸੀ ਨਹੀਂ ਅੰਮੀ ਜੀ ਮੈਂ ਮਸ਼ੀਨ ਸਹੀ ਨਹੀਂ ਕਰਾ ਕੇ ਦਿੱਤੀ ਨਹੀਂ ਪੁੱਤਰ ਮੈਂ ਆਪ ਹੀ ਉਦੋਂ ਧੁੱਪੇ ਸਵੇਰ ਦੀ ਰੱਖੀ ਸੀ ਸ਼ੁਕਰ ਹੈ ਅੱਲਾ ਦੀ ਜ਼ਾਤ ਦਾ ਅੰਮੀ ਮੈਂ ਇੱਕ ਵਾਰੀ ਤੇ ਸਹੀ ਕਰਾ ਕੇ ਆਂਦੀ ਸੀ ਨਾ ਤੇ ਫਿਰ ਖਰਾਬ ਹੋ ਗਈ ਸੀ ਤੇ ਮੇਰਾ ਕੀ ਜਾ ਕਸੂਰ ਤੇਰਾ ਭਲਾ ਹੋਵੇ ਜਿਉਂਦਾ ਰਹੋ ਅੰਮੀ ਜੀ ਵੇਖੋ ਨਾ ਮੈਂ ਜਾਵੇ ਤੇਰਾ ਭਲਾ ਅੰਮੀ ਮੇਰਾ ਅੱਲਾ ਭਲਾ ਕਰਦਾ ਪਿਆ ਤੁਸੀਂ ਵੀ ਮੇਰੇ ਵਾਸਤੇ ਦੁਆਵਾਂ ਕਰਦੇ ਪਰ ਸ਼ੁਕਰ ਹੈ ਅੱਲਾ ਦਾ ਕਿ ਮਸ਼ੀਨ ਤੁਹਾਡੀ ਸਹੀ ਹੋ ਗਈ ਜੀ ਪਰਦੇ ਸੀਤੇ ਨਹੀਂ ਉਹ ਤੁਹਾਡੀ ਚਿੜੀਆਂ ਅੱਜ ਹੁਣ ਕੱਲ ਤੇ ਭੱਜ ਪੈਂਦੀ ਹੈ ਵਿਆਹ ਜੇ ਜਾਂਦੀ ਵੀ ਫੁੱਟਾ ਮਾਰਦੀ ਵੀ ਹੁਣ ਮਸ਼ੀਨ ਨਹੀਂ ਦੇਖੋ ਨਾ ਉਹਦੇ ਆ ਗੱਪ ਸ਼ਪ ਕੀ ਨਾ ਬਿਆਨ ਦੇ ਸੋ ਸਹੀ ਹੋ ਗਏ ਨੇ ਆਹੋ ਹੋ ਗਏ ਨੇ ਸਹੀ ਹੁਣ ਤੇਰੇ ਆਖੇ ਲਾ ਕੇ ਤੇ ਸਹੀ ਹੋ ਗਈ ਆ ਆ ਫੜਾ ਚਾਦਰ ਮੈਨੂੰ ਹਾਲੋ ਮੈਂ ਤੇ ਇਹਦਾ ਕੀ ਕਰਨਾ ਹੈ ਗੱਦੀਆਂ ਸੀਤੀਆਂ ਨਹੀਂ ਸਰਾਣੇ ਜਿਹੜੇ ਵੇਲੀ ਦੇ ਵਿੱਚ ਤੁਸੀਂ ਫੜ ਕੇ ਤਰੂ ਕੇ ਨਾ ਉਹਨਾਂ ਦਾ ਕੱਖ ਕੰਡਾ ਨਹੀਂ ਸੱਜ ਛੜਿਆ 10 12 ਸਰਾਣੇ ਬਣਾ ਕੇ ਤੇ ਗੱਦੀਆਂ ਬਣਾ ਕੇ ਵੇਲੀ ਤੇ ਜਾ ਕੇ ਵੇਚ ਤੇ ਸਹੀ ਵੱਲਾ ਤੈਨੂੰ ਪਤਾ ਲੱਗੇ ਕਿ ਵਾਕਈ ਮਾਂ ਦੇ ਹੱਥ ਲੱਗੇ ਇਹ ਸਾਰੀਆਂ ਮਾਂ ਦੀਆਂ ਮੌਜਾਂ ਨੇ ਨਾ ਹੈ ਤੁਹਾਡੀ ਮੌਜਾਂ ਨੇ ਨਾ ਮੈਂ ਕਦੋਂ ਅਸੀਂ ਗੱਲ ਕੋਈ ਕਰ ਵਡੇਰੀਆਂ ਨੂੰ ਚਾਹਦੇ ਕਿਉਂ ਨਹੀਂ ਵਡੇਰੀਆਂ ਤੇ ਦਿਲ ਕੰਮ ਨੀ ਕਰਦਾ ਕਰਕੇ ਇਹਨਾਂ ਨੂੰ ਰਾਜੀ ਨੇ accept ਨਾ ਕਰਨ ਤੇ। ਤੇ ਜਵਾਨਾ ਮੋਬਾਈਲ ਵੇਖੇ ਹੈ ਵੇ ਇਹ ਥੋੜਾ ਕੰਮ ਜੇ ਇਹ ਵੀ ਤੇ ਫਿਰ ਘੱਟ ਹੀ ਜੀ ਕੰਮ ਮੈਂ ਕਰਦੇ ਸਦਕੇ ਜਾਵਾਂ ਇਹੀ ਕਰੂ ਕੰਮ ਇਹ ਚੁਗਲਖੋਰ ਕੰਮ ਸਹੀ ਨਹੀਂ ਭਰਾਵਾਂ ਦਾ ਸਭ ਦਾ ਉਮੀਦ ਹੈ ਠੀਕ ਠਾਕ ਹੋਣਗੇ ਖੈਰ ਖਰੀਰ ਨਾਲ ਹੋਣਗੇ ਅੱਜ ਸਾਲ ਬਾਅਦ ਇਹ ਦਿਨ ਆਉਂਦਾ ਹੈ ਜੀ ਸਾਡੇ ਵਾਸਤੇ ਬੜਾ ਇੱਕ ਮੇਰੇ ਵਾਸਤੇ ਤਾਂ ਸਪੈਸ਼ਲੀ ਬਹੁਤ ਹੈਵੀ ਦਿਨ ਹੁੰਦਾ ਹੈ 1 ਅਪ੍ਰੈਲ 1 ਅਪ੍ਰੈਲ ਨੂੰ ਲੋਕ ਆਪਣੇ ਵੱਲੋਂ ਤੇ ਬੜੇ ਝੂਠ ਕੜਲ ਮਾਰ ਕੇ ਇੱਕ ਦੂਜੇ ਨਾਲ ਇੰਜੋਏ ਕਰ ਰਹੇ ਹੁੰਦੇ ਨੇ ਲੇਕਿਨ ਮੇਰੀ ਜ਼ਿੰਦਗੀ ਦੇ ਵਿੱਚ 1 ਅਪ੍ਰੈਲ ਦੇ ਵਾਲੇ ਦਿਨ ਇੱਕ ਐਸੀ ਖਬਰ ਮਿਲੀ ਸੀ ਜਿਹਨੂੰ ਮੈਂ ਨਾ ਤੇ ਝੂਠ ਸਮਝ ਸਕਦਾ ਸਾਂ ਤੇ ਨਾ ਮੈਂ ਉਹਨੂੰ ਸੱਚ ਸਮਝਣਾ ਚਾਹੁੰਦਾ ਸਾਂ ਅੱਜ ਦੇ 10-12 ਸਾਲ ਲੰਘ ਗਏ ਨੇ ਇਸ ਗੱਲ ਨੂੰ ਸਾਡੇ ਬੜੇ ਹੀ ਪਿਆਰੇ ਬੜੇ ਹੀ ਨੇਕ ਬੜੇ ਹੀ ਸਾਦਾ ਔਰ ਸਾਫ਼ ਦਿਲ 2 ਹਾਫਿਜ਼ ਸਾਹਿਬ ਸਨ ਮੇਰੇ ਨਾਲ ਅਸੀਂ ਇੱਕ ਰੂਮ ਦੇ ਵਿੱਚ ਜਦੋਂ ਰਹਿੰਦੇ ਸਾਂ ਮੈਂ ਜਦੋਂ ਸਾਊਥ ਅਫਰੀਕਾ ਆਇਆ ਨਾ ਮੈਂ ਅੱਜ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਨੇ ਸਾਲ ਬਾਅਦ ਇਹ ਦਿਨ ਆਉਂਦਾ ਤੇ ਮੇਰਾ ਫਿਰ ਦਿਲ ਕਰਦਾ ਕਿ ਮੈਂ ਇਹਦੇ ਵਿੱਚ ਨੁਕਰਾਂ ਦੇ ਵਿੱਚ ਵੜ ਰੋਂਦਾ ਵੀ ਹਾਂ ਕਿਉਂਕਿ ਇਹ ਚੀਜ਼ ਜਿਹੜੀ ਹੈ ਨਾ ਬੜੀ ਦਿਲ ਨੂੰ ਭਾਰੀ ਹੁੰਦੀ ਹੈ ਕਿ ਜਦੋਂ ਤੁਹਾਡਾ ਕੋਈ ਬੜਾ ਪਿਆਰਾ ਦਿਲ ਦਾ ਕਰੀਬ ਦਾ ਜਿਹੜਾ ਨਾ ਚਲਾ ਜਾਂਦਾ ਨਾ ਉਹ
ਆਪਣੇ ਨਾਲ ਉਹ ਚਲਾ ਤੇ ਜਾਂਦਾ ਹੈ, ਲੇਕਿਨ ਸੱਚੀ ਗੱਲ ਇਹ ਵੀ ਕਿ ਉਹ ਆਪਣੇ ਨਕਸ਼, ਆਪਣੀਆਂ ਯਾਦਾਂ, ਜਿਹੜੇ ਚੰਗੇ ਲੋਕ ਹੁੰਦੇ ਨੇ ਨਾ, ਸਾਰੀ ਜ਼ਿੰਦਗੀ ਵਾਸਤੇ ਆਪਣੇ ਜਿਹੜੇ ਕਲੋਜ਼ ਹੁੰਦੇ ਨੇ ਉਹਨਾਂ ਦੇ ਲੋਕ ਉਹਨਾਂ ਵਾਸਤੇ ਛੱਡ ਜਾਂਦਾ ਹੈ। ਤੁਸੀਂ ਕਦੇ ਵੀ ਉਹਨਾਂ ਨੂੰ ਭੁਲਾ ਨਹੀਂ ਸਕਦੇ ਆਪਣੀ ਜ਼ਿਹਨ ਦੀਆਂ ਮੈਮਰੀਆਂ ਦੇ ਵਿੱਚ। ਬੇਸ਼ੱਕ। ਮੈਂ ਹੁਣ ਵੀ ਗਿਆ ਵਾਂ, ਮੈਂ ਉਹਨਾਂ ਦੇ ਜਦੋਂ ਪਾਕਿਸਤਾਨ ਗਿਆ ਨਾ, ਇਤਨੀ ਹਾਲਾਂਕਿ ਮਸਰੂਫੀਅਤ ਬੜਾ ਕੋਈ ਸੀ, ਬੜਾ ਭਾਜਨਾ ਸੀ, ਇਹ ਉਹ ਨਾ ਬਰਾਂ, ਉਹਦੇ ਬਾਵਜੂਦ ਵੀ ਮੈਂ ਉਹਨਾਂ ਦੀ ਕਬਰ ਤੇ ਗਿਆ ਵਾਂ, ਉਹਨਾਂ ਵਾਸਤੇ ਪੜ੍ਹ ਪੁੜ ਕੇ ਦੁਆ ਕਰਕੇ ਜਿੰਨੇ ਜੋਗਾ ਹੈ ਸਾਂ। ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਵੀ ਗਿਆ ਵਾਂ, ਤੇ ਮਤਲਬ ਕਦੀ ਵੀ ਉਹ ਮੇਰੇ ਦਿਨ ਤੋਂ ਦਿਮਾਗ ਚੋਂ ਨਹੀਂ ਨਿਕਲਿਆ। ਹਾਫਿਜ਼ ਸਾਹਿਬ, ਹਾਫਿਜ਼ ਜ਼ੈਦ ਸਾਹਿਬ ਤੇ ਹਾਫਿਜ਼ ਅਹਿਸਨ ਸਾਹਿਬ, ਦੋ ਇਹ ਭਾਈ ਨਹੀਂ ਸਨ ਦੋਵੇਂ, ਲੇਕਿਨ ਭਾਈਆਂ ਦੀ ਤਰ੍ਹਾਂ ਹੀ ਸਨ ਉਹ, ਤੇ ਮੇਰੇ ਨਾਲ ਵੀ ਉਹ ਦੋਵੇਂ ਜਿਹੜੇ ਸਨ ਭਰਾਵਾਂ ਦੀ ਤਰ੍ਹਾਂ। ਮਾਸ਼ਾਅੱਲਾ ਹੈ ਹੀ ਬੜੇ ਅੱਛੇ ਸੀ ਨਾ, ਹੈ ਵੀ ਵਿਡ ਬੈਂਕ 'ਚ ਹਰ ਬੰਦਾ ਉਹਨਾਂ ਦੀ ਮਾਸ਼ਾਅੱਲਾ ਮਿਸਾਲ, ਬੜੀ ਮਿਸਾਲ ਦਿੰਦੇ ਹੁੰਦੇ ਸਨ। ਇਨਸਾਨ ਸੀ। ਹੋਇਆ ਕੁਝ ਇਸ ਤਰ੍ਹਾਂ ਕਿ ਮੇਰਾ ਦਿਲ ਹੈ ਕਿ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਾਂ ਕਿ ਅਸਲ ਵਿੱਚ ਹੋਇਆ ਕੀ ਸੀ। ਹੋਇਆ ਕੋਈ ਇਸ ਤਰ੍ਹਾਂ ਕਿ 1 ਅਪ੍ਰੈਲ ਦੀ ਦਿਨ ਸੀ, ਤੇ ਸੁਬਾਹ ਮੈਂ ਉੱਠਿਆ ਵਾਂ, ਤੇ ਅਸੀਂ ਘਰ ਦੇ ਵਿੱਚ ਟੋਟਲ 4 ਜੀ ਰਹਿੰਦੇ ਸਾਂ। 4 ਜੀਆਂ ਦੇ ਵਿੱਚ ਮੈਨੂੰ ਲਾ ਲਓ ਕਿ ਜਿਹਦੇ ਵਿੱਚ 2 ਜੀ ਉਹ ਸਨ, ਇੱਕ ਮੈਂ ਸਾਂ, ਇੱਕ ਮੇਰਾ ਛੋਟਾ ਭਰਾ ਚਾਂਦ ਸੀ। ਸਾਨੂੰ ਨਾ ਮੈਨੂੰ ਕਾਲ ਆ ਜਾਂਦੀ ਹੈ ਕਿ ਨਹੀਂ, ਮੇਰੇ ਖਿਆਲ ਨਾਲ ਇਤਫਾਕ ਭਾਈ ਵੀ ਨਾਲ ਹੀ ਸਨ ਸਾਡੇ, ਉਹਨਾਂ ਜਦੋਂ ਰਹਿ ਰਹੇ ਸੀ। ਮੈਨੂੰ ਸੁਬਾਹ ਕਾਲ ਆ ਜਾਂਦੀ ਹੈ ਕਿ ਇਸ ਤਰ੍ਹਾਂ ਨਾ ਐਕਸੀਡੈਂਟ ਹੋਇਆ, ਤੇ ਤੁਸੀਂ ਪਲੀਜ਼ ਹਸਪੀਟਲ ਪਹੁੰਚੋ। ਉਹਦਾ ਤੁਸੀਂ ਮੇਰੇ ਕੋਲ ਸਮਾਨ ਸਟੇਸ਼ਨ ਪਹੁੰਚੋ। ਸਮਾਨ ਗਿਣ ਉਹ ਦਿਨ ਮੇਰਾ ਪਹਿਲਾ ਦਿਨ ਸੀ ਯਾਸਰ ਦੇ ਨਾਲ ਪਾਰਟਨਰਸ਼ਿਪ ਦਾ, ਇਹਦੇ ਨਾਲ ਮੇਰਾ ਰਲ ਕੇ ਕਾਰੋਬਾਰ ਕਰਨ ਦਾ ਪਹਿਲਾ ਦਿਨ ਸੀ ਕਿ ਮੈਂ ਇਹਦੇ ਕੋਲ, ਮੈਂ ਇਹਨੂੰ ਆਖਿਆ ਸੀ ਕਿ ਮੈਂ ਸਵੇਰੇ ਆ ਕੇ ਤੇਰੇ ਕੋਲ ਸਮਾਨ ਗਿਣਾਂਗਾ, ਤੇ ਮੈਂ ਇਹਦੇ ਵੱਲ ਜਾ ਰਿਹਾ ਸਾਂ ਉਦੋਂ। ਤੇ ਮੈਨੂੰ ਰਸਤੇ ਦੇ ਵਿੱਚ ਕਾਲ ਆ ਗਈ, ਤੇ ਮੈਨੂੰ ਉਹਨਾਂ ਨੇ ਆਖਿਆ ਜੀ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ, ਤੇ ਤੁਸੀਂ ਉੱਥੇ ਪੁਲਿਸ ਸਟੇਸ਼ਨ ਪਹੁੰਚੋ। ਮੈਂ ਆਖਿਆ ਯਾਰ ਪਲੀਜ਼ ਖੁਦਾ ਦਾ ਨਾਂ, ਜੇ ਅੱਜ 1 ਅਪ੍ਰੈਲ ਹੈ, ਤੇ ਇਸ ਤਰ੍ਹਾਂ ਦੀ ਜਿਹੜੀ ਹੈ ਨਾ ਉਹ ਤੁਹਾਡੀ ਮਿਹਰਬਾਨੀ ਹੈ, ਪ੍ਰੈਂਕ ਨਾ ਕਰੋ ਯਾਰ, ਤੁਹਾਡੀ ਮਿਹਰਬਾਨੀ ਹੈ। ਮੈਂ ਉੱਤੋਂ ਰੋਵਾਂ ਵੀ, ਤੇ ਉਹ ਆਖਣ ਕਿ ਨਹੀਂ ਤੁਸੀਂ ਉਹ ਹਸਪੀਟਲ ਪਹੁੰਚੋ। ਮੈਂ ਫਿਰ ਨਾ ਨਹੀਂ, ਉਦੋਂ ਮੈਨੂੰ ਹਸਪੀਟਲ ਦਾ ਨਹੀਂ ਸੁਣਾਉਂਦੇ ਨਾ, ਮੈਨੂੰ ਆਸਨ ਪੁਲਿਸ ਸਟੇਸ਼ਨ ਪਹੁੰਚੋ। ਪੁਲਿਸ ਸਟੇਸ਼ਨ ਦਾ ਨਾਂ ਸੁਣ ਕੇ ਤੇ ਮੈਨੂੰ ਮਜ਼ੀਦ ਰੋਣਾ ਤਾਂ ਆਉਂਦਾ ਸੀ ਕਿ ਮੈਂ ਨਾ ਸਾਂ ਕਿ ਇਹ ਮੈਨੂੰ ਹਸਪਤਾਲ ਕਿਉਂ ਨਹੀਂ ਆਂਦੇ ਕਿ ਪਹੁੰਚੋ, ਕਿਉਂਕਿ ਜਦੋਂ ਬੰਦਾ ਕੋਈ ਥੋੜਾ ਬਹੁਤਾ ਡੈਮੇਜ ਹੁੰਦਾ ਜਾਂ ਇਹ ਉਹ ਮਤਲਬ ਐਕਸੀਡੈਂਟ ਦੇ ਵਿੱਚ ਕੋਈ ਸੱਟਾਂ ਲੱਗਦੀਆਂ, ਤੇ ਫਿਰ ਹਸਪਤਾਲ ਲੈ ਕੇ ਜਾਂਦੇ ਨੇ। ਇਹ ਮੈਨੂੰ ਪੁਲਿਸ ਸਟੇਸ਼ਨ ਕਿਉਂ ਆਉਂਦੇ ਨੇ ਪਹੁੰਚੋ। ਫਿਰ ਉਹ ਮੈਨੂੰ ਜ਼ਿਆਦਾ ਤਕਲੀਫ ਹੁੰਦੀ ਸੀ ਕਿ ਅੱਲਾ ਖੈਰ ਕਰੇ, ਕਾਹਦੇ ਤੋਂ ਮੈਨੂੰ ਲੈ ਕੇ ਜਾਣਾ ਚਾਹ ਰਹੇ ਨੇ ਉੱਥੇ। ਮੈਨੂੰ ਉਸ ਦੇ ਐਕਸੀਡੈਂਟ ਤੋਂ ਮੈਂ ਥੋੜ੍ਹਾ ਜਿਹਾ ਬੈਕਗਰਾਊਂਡ 'ਤੇ ਚਲਾ ਜਾਂਦਾ ਵਾਂ। ਪਿਛਲੀ ਰਾਤ ਵਾਲੇ ਦਿਨ ਨਾ ਉਹਨਾਂ ਨੇ ਮੈਨੂੰ ਆਖਿਆ ਕਿ ਮੈਨੂੰ ਆਂਸਨ ਪਿਆਰਿਓ ਇਸ ਤਰ੍ਹਾਂ ਕਰੀਏ ਕਿ ਚਲੀਏ ਉੱਥੇ ਨਾ ਗੱਡੀ ਲਈਏ ਨਵੀਂ, ਤੇ ਇਹ ਫਰਿੱਜ ਜਿਹੜੀ ਹੈ ਨਾ ਕਿਸੇ ਨੇ ਖਰੀਦੀ ਹੈ, ਤੇ ਡਰੋਪ ਕਰਕੇ ਤੇ ਆਈਏ, ਤੇ ਆਓ ਉੱਥੇ ਨਾ ਪਿਆਰਿਓ ਚਲੀਏ। ਮੈਂ ਉਹਨਾਂ ਦੇ ਅੱਗੇ ਰਿਕੁਐਸਟ ਕੀਤੀ, ਮੈਂ ਆਪ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਜਾਓ। ਮੈਂ ਦੋਵੇਂ ਆਪ ਸਾਹਿਬ ਸਨ, ਮੈਂ ਤੁਸੀਂ ਜਾਓ, ਮੈਂ ਤੁਹਾਡੇ ਜੋਗੇ ਨਾ ਮੈਂ ਕੋਈ ਸ਼ਾਇ ਬਣਾਉਣਾ, ਕੋਈ ਚਿਕਨ ਤਿਆਰ ਕਰਨਾ। ਇੱਥੋਂ ਦੀ ਜ਼ਬਾਨ 'ਚ ਆਖੀਦਾ ਸੀ ਕਿ ਮੈਂ ਤੁਹਾਡੇ ਜੋਗੇ ਆਉਂਦਿਆਂ ਨੂੰ ਚਿਕਨ ਬੰਨ੍ਹਣਾ ਵਾ, ਤੁਸੀਂ ਆਓ, ਤੁਹਾਡੇ ਆਉਂਦਿਆਂ ਨੂੰ ਰੋਟੀ ਛੋਟੀ ਮੈਂ ਜਿਹੜੀ ਨਾ ਤਿਆਰ ਕਰਨਾ। ਉਹਨਾਂ ਨੇ ਆਖਿਆ ਯਾਰ ਆ ਛੱਡ ਅੱਧੇ ਘੰਟੇ 'ਚ ਹੋ ਕੇ ਤੇ ਰਾਉਂਡ ਕਰਾਉਣ ਕੇ ਵਾਪਸ ਆ ਜਾਣਾ। ਉਹਨਾਂ ਮੈਨੂੰ ਮੈਂ ਬੜਾ ਫੋਰਸ ਵੀ ਕੀਤਾ, ਲੇਕਿਨ ਮੈਂ ਉਹਨਾਂ ਦੇ ਅੱਗੇ, ਜਦੋਂ ਬੰਦੇ ਦੀ ਵਧੀ ਹੁੰਦੀ ਹੈ ਨਾ, ਤਾਂ ਇਸੇ ਤਰ੍ਹਾਂ ਹੀ ਫਿਰ ਕਿਸੇ ਨਾ ਕਿਸੇ ਬੇਸ਼ੱਕ। ਲੇਕਿਨ ਮੈਂ ਉਹਨਾਂ ਦੇ ਨਾਲ ਨਾ ਗਿਆ, ਮੈਂ ਆ ਕੇ ਤੇ ਘਰ ਲੇਟ ਗਿਆ। ਅੱਛਾ, ਉਹਨਾਂ ਦਿਨਾਂ ਦੇ ਵਿੱਚ ਉਹ ਫਿਟਿੰਗ ਵੀ ਉਹ ਕਾਰਪੈਂਟਰ ਦਾ ਕੰਮ ਜਾਣਦੇ ਸਨ ਵੱਡੇ ਹਾਫਜ਼ਾਦ ਸਾਹਿਬ। ਮੈਂ ਉਹਨਾਂ ਦਿਨਾਂ ਜਾ ਕੇ ਲੇਟ ਗਿਆ, ਤੇ ਮੈਂ ਆਖਿਆ ਜੀ ਆਏ ਨਹੀਂ ਘਰ, 10 ਵੱਜ ਗਏ ਨੇ, 11 ਵੱਜ ਗਏ ਨੇ। ਮੈਂ ਰੋਟੀ ਛੋਟੀ ਖਾ ਕੇ ਤੇ ਲੇਟ ਗਿਆ, ਤੇ ਮੈਨੂੰ ਇਹ ਸੀ ਕਿ ਸ਼ਾਇਦ ਨਾਲ ਦੇ ਕੋਈ ਦੁਕਾਨ ਵੀ ਸ਼ੁਰੂ ਕੀਤੀ ਨੇ, ਤੇ ਉੱਥੇ ਫਿਟਿੰਗ ਲੱਗ ਪਏ ਨੇ ਕਰਨ ਆਪਣਾ ਮਾਮਲਾਤਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਬੰਦੇ ਨੂੰ ਨਾ। ਲੇਕਿਨ ਯਕੀਨ ਕਰਕੇ ਮਨ ਕਸਮ ਲੈ ਯਾਸਰ ਕਿ ਮੈਨੂੰ ਉਹ ਸਾਰੀ ਰਾਤ ਦੇ ਵਿੱਚ ਨੀਂਦ ਪਈ ਨਹੀਂ। ਪਤਾ ਨਹੀਂ ਦਿਲ ਦੇ ਵਿੱਚ ਸੌੜ ਸੀ ਇਸੇ ਤਰ੍ਹਾਂ ਦੀ, ਪਤਾ ਨਹੀਂ ਕਿਸ ਚੀਜ਼ ਦੀ ਖੋਹ ਸੀ। ਨਹੀਂ, ਇਹ ਵੀ ਨਹੀਂ ਕਿ ਕਿੱਥੇ ਰਹਿ ਗਏ ਨੇ, ਇਹ ਨਹੀਂ ਸੀ ਹੈ, ਮੈਨੂੰ ਇਹ ਜ਼ਿਹਨ ਨੂੰ ਸੀ ਕਿ ਉੱਥੇ ਫਿਟਿੰਗ ਕਰ ਰਹੇ। ਲੇਕਿਨ ਆਂਦੇ ਨੇ ਨਾ, ਜਦੋਂ ਕੁਝ ਹੈਪਨ ਹੋਇਆ ਹੋਵੇ ਨਾ, ਤੇ ਤੁਹਾਡਾ ਜਿਹੜੇ ਤੁਸੀਂ ਬਹੁਤ ਕਲੋਜ਼ ਹੁੰਦੇ, ਤੁਹਾਡੇ ਦਿਲ ਦੇ ਵਿੱਚ ਕੋਈ ਨਾ ਕੋਈ ਖੋਹ ਜ਼ਰੂਰ ਚੱਲਦੀ ਹੁੰਦੀ ਹੈ। ਔਰ ਮੇਰੇ ਦਿਲ ਦੇ ਵਿੱਚ ਖੋਹ ਚੱਲਦੀ ਸੀ ਪਈ। ਮੈਨੂੰ ਸਰਗੀ ਵੇਲੇ ਜਦੋਂ ਫੋਨ ਆਇਆ ਨਾ, ਤੇ ਮੈਂ ਉੱਠ ਭੱਜਿਆ ਉਸ ਟਾਈਮ ਦੇ ਵਿੱਚ। ਹਾਲਾਂਕਿ ਉਸ ਦਿਨ ਮੈਂ ਤੈਨੂੰ ਆਖਿਆ ਸੀ 6 ਵਜੇ ਆ ਕੇ ਮੈਂ ਤੇਰਾ ਸਮਾਨ ਗਿਣਾਂਗਾ, ਸ਼ੁਰੂ ਕਰ ਦਿਆਂਗਾ, 8 ਵਜੇ ਦਿਨ ਮੈਂ ਵਿਹਲਾ ਹੋ ਜਾਵਾਂਗਾ, ਤੇ ਅਸੀਂ ਦੋਵੇਂ ਫਿਰ ਰਲ ਕੇ ਸ਼ੁਰੂ ਕਰ ਦਿਆਂਗੇ ਕੰਮ।
ਉਸ ਦਿਨ ਮੈਨੂੰ 6 ਵਜੇ ਕਾਲ ਆ ਗਈ ਹੈ। ਉਸ ਦਿਨ ਫਿਰ ਮੈਂ ਭੱਜਿਆ ਵਾਂ, ਜਾ ਕੇ ਤੇ ਸਿੱਧਾ ਪੁਲਿਸ ਸਟੇਸ਼ਨ ਗਿਆ ਵਾਂ। ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਪੁਲਿਸ ਵਾਲੀ ਸੀ ਨਾ, ਤੇ ਉਹ ਮੈਨੂੰ ਆਖਣ ਲੱਗੀ ਕਿ ਤੁਹਾਡੇ ਦੇ ਵਿੱਚੋਂ ਇਹਨਾਂ ਦਾ ਰਿਲੇਟਿਵ ਕੌਣ ਹੈ। ਹੁਣ ਜ਼ਾਹਰ ਹੈ ਉਹਨਾਂ ਦਾ ਰਿਲੇਟਿਵ ਇੱਥੇ ਕੋਈ ਵੀ ਨਹੀਂ ਸੀ ਹੈ ਉਹ, ਲੇਕਿਨ ਉਹਨਾਂ ਦੇ ਵਿੱਚ ਮੈਂ ਐਜ਼ ਏ ਰਿਲੇਟਿਵ ਦੀ ਤਰ੍ਹਾਂ ਹੀ ਰਹਿ ਰਿਹਾ ਸਾਂ, ਭਰਾ ਬਣਿਆ ਸਾਂ, ਸਾਰਾ ਕੁਝ ਸੀ। ਮੈਨੂੰ ਉਹਨਾਂ ਨੇ ਆਖਿਆ ਕਿ ਤੂੰ ਕੌਣ ਹੈ। ਮੈਂ ਆਖਿਆ ਜੀ ਮੈਂ ਇਹਨਾਂ ਦਾ ਐਜ਼ ਰਿਲੇਟਿਵ ਹਾਂ, ਭਰਾ ਉਹਨਾਂ ਦੀ ਤਰ੍ਹਾਂ ਹਾਂ, ਰਿਲੇਟਿਵ ਦੀ ਤਰ੍ਹਾਂ ਹਾਂ, ਉਹਨਾਂ ਦਾ ਬਾਕੀ ਦਾ ਕੋਈ ਵੀ ਨਹੀਂ ਇੱਥੇ ਰਿਲੇਟਿਵ। ਉਹਨੇ ਆਖਿਆ ਘਰ ਦੇ ਵਿੱਚ ਕੌਣ ਰਹਿੰਦਾ। ਮੈਂ ਕਿਹਾ ਜੀ ਮੈਂ ਰਹਿੰਦਾ ਵਾਂ। ਉਹਨੇ ਆਖਿਆ ਕਿ ਤੂੰ ਫਿਰ ਮੇਰੇ ਨਾਲ ਆ ਜਾ। ਲੇਕਿਨ ਮੈਨੂੰ ਅੰਦਰ ਖੜ ਕੇ ਤੇ ਪਹਿਲੇ ਨਾ ਜਿਵੇਂ ਉਹ ਮੈਂਟਲੀ ਪ੍ਰੀਪੇਅਰ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਨਾ, ਉਸ ਪੁਲਿਸ ਅਫਸਰ ਨੇ। ਮੈਂ ਕਿਹਾ ਇਹ ਤੂੰ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੀ ਹੈ। ਉਹਨੇ ਆਖਿਆ ਕਿ ਵੇਖ ਜ਼ਿੰਦਗੀ ਦੇ ਵਿੱਚ ਇਨਸਾਨ ਆਉਂਦਾ ਹੈ, ਫਿਰ ਕੋਈ ਨਾ ਕੋਈ ਹੈਪਨ ਹੋ ਜਾਂਦਾ ਹੈ, ਕੋਈ ਇਨਸਾਨ ਚਲਾ ਜਾਂਦਾ ਹੈ, ਕੋਈ ਇਹ ਮਤਲਬ ਮੈਨੂੰ ਜ਼ਹਿਨੀ ਤੌਰ 'ਤੇ ਪ੍ਰੀਪੇਅਰ ਕਰਨ ਲੱਗ ਪਈ। ਮੈਂ ਕਿਹਾ ਮੈਨੂੰ ਪਲੀਜ਼ ਮੇਰੇ ਬ੍ਰਦਰਾਂ ਦੇ ਕੋਲ ਲੈ ਜਾ, ਮੈਂ ਮਜ਼ੀਦ ਵੇਟ ਨਹੀਂ ਕਰ ਸਕਦਾ, ਮੈਨੂੰ ਹੁਣ ਹੀ ਲੈ ਕੇ ਜਾ। ਉਹਨੇ ਆਖਿਆ ਕਿ ਓਕੇ ਰਿਲੈਕਸ ਕਰ, ਤੈਨੂੰ ਮੈਂ ਇਹਨੂੰ ਦੂਜੇ ਨੂੰ ਸੱਦ ਕੇ ਉਹਨੇ ਆਖਿਆ ਇਹਨਾਂ ਨੂੰ ਪਾਣੀ ਪਿਲਾਓ, ਇਹਨੂੰ ਥੋੜ੍ਹਾ ਜਿਹਾ ਜਿਹੜਾ ਨਾ ਬਿਹਤਰ ਹੋਏ, ਇਹਦੀ ਕੰਡੀਸ਼ਨ ਬਿਹਤਰ ਕਰੇ। ਮੈਨੂੰ ਬਿਹਤਰ ਹੋਣ 'ਤੇ ਥੋੜ੍ਹਾ ਜਿਹਾ ਟਾਈਮ ਲੱਗਾ, ਤੇ ਮੈਂ ਨਾ ਮੈਨੂੰ ਅੰਦਰ ਲੈ ਗਈ। ਇੱਕ ਨਾ ਪਿਛਲੇ ਪਾਸੇ ਇੱਕ ਉਹਨਾਂ ਦਾ ਰੂਮ ਹੈ ਜਿੱਥੇ ਨਾ 2 ਮਤਲਬ ਸਟ੍ਰੈਚਰ ਪਏ ਸਨ, ਤੇ ਉਹਨਾਂ ਦੇ ਉੱਤੇ ਨਾ ਉਹ ਬੜਾ ਮੁਸ਼ਕਿਲ ਵਕਤ ਹੁੰਦਾ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਸ ਟਾਈਮ ਮੇਰੀ ਕੰਡੀਸ਼ਨ ਕੀ ਸੀ। ਉਸ ਟਾਈਮ ਜਿਹੜਾ ਨਾ ਕਿ ਅਚਾਨਕ ਤੁਸੀਂ ਯਕਦਮ ਤੁਸੀਂ ਆਪਣੇ ਸਭ ਤੋਂ ਕਲੋਜ਼ ਜਿਹੜਾ ਬੜੀ ਹੈ, ਤੁਹਾਡਾ ਸਭ ਤੋਂ ਕਲੋਜ਼ ਯਾਰ ਹੈ ਜਿਹੜਾ, ਉਹ ਯਕਦਮ ਜੁਦਾ ਹੋ ਜਾਵੇ ਤੁਹਾਡੇ ਤੋਂ ਹਮੇਸ਼ਾ ਵਾਸਤੇ, ਸਾਰੀ ਜ਼ਿੰਦਗੀ ਵਾਸਤੇ। ਜਦੋਂ ਮੈਂ ਉਹਨਾਂ ਨੇ ਕੱਪੜਾ ਹਟਾਇਆ ਫੇਸ ਤੋਂ, ਤੇ ਮੈਨੂੰ ਇੰਨਾ ਯਾਦ ਹੈ ਅਜੇ ਤੱਕ ਕਿ ਘੱਟ ਤੋਂ ਘੱਟ ਕੋਈ 15 ਮਿੰਟ ਵਾਸਤੇ ਮੈਨੂੰ ਹੋਸ਼ ਨਹੀਂ ਸੀ ਆਇਆ ਮੈਂ ਇਸ ਦੁਨੀਆ 'ਤੇ ਹੈ ਵੀ ਹਾਂ ਜਾਂ ਨਹੀਂ ਹੈ। ਸਭ ਤੋਂ ਡਾਢੀ ਸੱਟ ਅਜੇ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਉਹ ਮੇਰੇ ਯਾਰਾਂ ਦੀ ਮੈਨੂੰ ਵੱਜੀ ਸੀ, ਤੇ ਅੱਲਾਹ ਪਾਕ ਉਹਨਾਂ ਨੂੰ ਜਨਤਾਂ ਦੇ ਵਿੱਚ ਘਰ ਕਰੇ। ਆਮੀਨ ਆਮੀਨ। ਤੇ ਮੈਂ ਇਹ ਹਮੇਸ਼ਾ ਜਦੋਂ 1 ਅਪ੍ਰੈਲ ਆਉਂਦਾ ਹੈ ਨਾ, ਤੇ ਮੇਰੀ ਜਾਨ ਨਿਕਲਦੀ ਹੈ, ਤੇ ਲੋਕ ਕਿਤੇ ਇੱਕ ਦੂਜੇ ਨਾਲ ਮਜ਼ਾਕ ਕਰਦੇ ਨੇ, ਝੂਠ ਸੱਚ ਮਾਰਦੇ ਨੇ, ਕਈ ਕੁਛ ਕਰਦੇ ਨੇ। ਲੇਕਿਨ ਮੈਂ ਨਾ ਖੁਦਾ ਦਾ ਨਾਂ ਜੇ ਮਾफ़ ਕਰ ਦਿਓ ਯਾਰ, ਅਪ੍ਰੈਲ ਦਾ ਜਿਹੜਾ ਨਾ 1 ਅਪ੍ਰੈਲ ਮੇਰੇ ਲਈ ਬਹੁਤ ਭਾਰਾ ਹੈ ਨਾ। ਹੁਣ ਮੇਰਾ ਜਿਸ ਤਰ੍ਹਾਂ ਤੁਹਾਡੇ ਨਾਲ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਮੇਰਾ ਕਲੋਜ਼ ਯਾਰ ਯਾਸਰ ਹੈ ਨਾ, ਇਸੇ ਤਰ੍ਹਾਂ ਉਹ ਮੇਰੇ ਕਲੋਜ਼ ਮੇਰੇ ਦੋਸਤ ਹਾਫਿਜ਼ ਐ ਸਾਹਿਬ ਹੁੰਦੇ ਸਨ, ਤੇ ਹਾਫਿਜ਼ ਐਹਸਨ ਸਾਹਿਬ ਹੁੰਦੇ ਸਨ। ਬਹੁਤ ਅੱਛੇ ਇਨਸਾਨ ਸੀ, ਬਹੁਤ ਮਾਸ਼ਾਅੱਲਾ। ਔਰ ਇਤਨੇ ਦਲੇਰ ਔਰ ਇਤਨੇ ਸ਼ਰੀਫ ਨਫਸ ਬੰਦੇ ਸਨ। ਯਕੀਨ ਕਰਕੇ ਮੰਨੋ ਮੇਰੇ ਘਰ ਦੇ ਵਿੱਚ ਹਾਫਿਜ਼ ਸਾਹਿਬ ਦੋਵਾਂ ਨੇ ਹਾਫਿਜ਼ ਕੀਤਾ ਸੀ। ਸੁਬਾਹ ਤਹੱਜਦ ਦੇ ਟਾਈਮ ਉਹਨਾਂ ਨੇ ਜਨਾਬ ਉਹਨਾਂ ਦੇ ਰੂਮ ਦੇ ਵਿੱਚੋਂ ਆਵਾਜ਼ ਆ ਰਹੀ ਹੋਣੀ ਕੁਰਾਨ ਪਾਕ ਪੜ੍ਹਨ ਦੀ, ਤੇ ਨਮਾਜ਼ ਉਹਨਾਂ ਨੇ ਪੜ੍ਹਨੀ। ਤੇ ਮੈਨੂੰ ਮੇਰੀ ਉਹਨਾਂ ਦੀ ਇੱਕ ਹੀ ਲੜਾਈ ਹੁੰਦੀ ਸੀ, ਉਹ ਮੈਨੂੰ ਇੱਕ ਹੀ ਚੀਜ਼ ਤੋਂ ਪੁੱਛ ਕਰਦੇ ਹੁੰਦੇ ਸਨ, ਯਾਰ ਪਿਆਰਿਓ ਤੁਸੀਂ ਸਵੇਰੇ ਉੱਠ ਕੇ ਨਾ ਤਾਂ ਨਮਾਜ਼ ਜ਼ਰੂਰ ਪੜ੍ਹਿਆ ਕਰੋ, ਨਮਾਜ਼ ਜ਼ਰੂਰ ਪੜ੍ਹਿਆ ਕਰੋ। ਮੇਰੀ ਉਹਨਾਂ ਦੀ ਮੈਂ ਨਾ ਹੁੰਦਾ ਸਾਂ ਜੀ, ਮੈਂ ਹਾਫਿਜ਼ ਕੱਲ੍ਹ ਤੋਂ ਲੈ ਕੇ ਸ਼ੁਰੂ, ਜਿਸ ਤਰ੍ਹਾਂ ਪਤਾ ਨਦਾਨੀ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਜੀ ਠੀਕ ਹੈ, ਕਿਉਂਕਿ ਅੱਜ ਤੋਂ 12-13 ਸਾਲ ਪਹਿਲਾਂ ਦੀ ਗੱਲ ਹੈ, ਕਿਹੜਾ ਥੋੜ੍ਹੀ ਜਿਹੀ ਦੇਰ ਹੋ ਗਈ ਹੈ, ਟਾਈਮ ਅਰਸਾ ਹੋ ਗਿਆ। ਲੇਕਿਨ ਆਂਦੇ ਨੇ ਅਰਸਾ ਜਿੰਨਾ ਮਰਜ਼ੀ ਹੋਵੇ, ਮੇਰਾ ਕਸਮਿਆ ਹੋਣ ਨਾ ਗਲਾ ਖੁਸ਼ਕ ਜਿਹਾ ਹੋ ਗਿਆ ਹੈ। ਮਤਲਬ ਗੱਲ ਕਰਦਿਆਂ ਤੁਹਾਨੂੰ ਮੇਰੇ ਅੰਦਰ ਦੇ ਵਿੱਚ ਇਸ ਟਾਈਮ ਉਹ ਚੀਜ਼ ਮੌਜੂਦ ਹੈ ਜੋ ਅੱਜ ਤੋਂ 12-13 ਸਾਲ ਪਹਿਲਾਂ ਮੇਰੀ ਕੈਫੀਅਤ ਮੌਜੂਦ ਸੀ। ਮੈਂ ਸਮਝਦਾ ਵਾਂ ਕਿ ਜਿਨ੍ਹਾਂ ਦਾ ਦੁਨੀਆ ਦੇ ਉੱਤੋਂ ਚਲੇ ਜਾਂਦੇ ਨੇ ਨਾ, ਇਹ ਉਹਨਾਂ ਨੂੰ ਹੀ ਫਰਕ ਪੈਂਦਾ ਹੁੰਦਾ ਅਕਸਰ। ਔਰ ਜਿਨ੍ਹਾਂ ਦੇ ਲਵਡ ਵਨ, ਜਿਨ੍ਹਾਂ ਦੇ ਪਿਆਰੇ ਵੀ ਹੁੰਦੇ ਨੇ ਨਾ, ਜਿਨ੍ਹਾਂ ਦੇ ਮਤਲਬ ਜਿਹੜਾ ਕਲੋਜ਼ ਹੁੰਦਾ, ਉਹਨਾਂ ਦੇ ਵੀ ਦਿਲ 'ਚੋਂ ਕਦੀ ਵੀ ਨਿਸ਼ਾਵਾਂ ਹੀ ਨਿਕਲਦੀਆਂ ਹੁੰਦੀਆਂ ਹੈ। ਜ਼ਿੰਦਗੀ ਦੇ ਵਿੱਚ ਨਕਸ਼ ਐਸੇ ਛੱਡ ਜਾਂਦੇ ਨੇ ਕਿ ਅੱਜ ਇੰਨੇ ਸਾਲ ਬਾਅਦ ਵੀ ਜਿਹੜਾ ਨਾ, ਜਦੋਂ ਵੀ ਇਹ ਦਿਨ ਆਉਂਦਾ ਤੇ ਮੇਰੇ ਲਈ ਬੜਾ ਭਾਰਾ ਹੁੰਦਾ ਹੈ। ਸੁਬਾਹ ਤੋਂ ਲੈ ਕੇ ਬੱਚੇ ਪੇ ਪੁੱਛਦੇ ਨੇ ਬਾਬਾ ਆਜ ਆਪ ਸੈਡ ਹੋ, ਤੇ ਉਹਨਾਂ ਨੂੰ ਹੁਣ ਕੀ ਬੰਦਾ ਦੱਸੇ ਕਿ ਬਾਬਾ ਕਿ ਹੁਣ ਮੇਰਾ ਦਿਲ ਹੈ ਕਿ ਚਲੋ
ਉਹਨਾਂ ਵਾਸਤੇ ਅੱਜ ਸ਼ਾਮ ਨੂੰ ਕੋ ਖਤਮੇ ਜਿਹੜਾ ਨਾ ਖਤਮ ਰੱਖਨੇ ਆ, ਕੋਈ ਦੁਆ ਖੈਰ ਕਰਨੇ, ਯਾਸੀਨ ਪੜ੍ਹਨੇ ਉਹਨਾਂ ਜੋਗੀ। ਕਿਉਂਕਿ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਨਾ ਫਿਰ ਉਹਨਾਂ ਵਾਸਤੇ ਸਾਲੇ ਸਵਾਬ ਜਿਹੜਾ ਨਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਜੇ ਅਗਰ ਤੁਸੀਂ ਵਾਕਈ ਕਿਸੇ ਵਾਸਤੇ ਮੁਖਲਿਸ ਹੁੰਦੇ ਹੋ ਤੇ ਇਹ ਚੀਜ਼ਾਂ ਨੇ। ਗੱਲ ਇਹ ਵੇ ਕਿ ਹੁਣ ਜਿਸ ਤਰ੍ਹਾਂ ਮੇਰਾ ਸਾਡੇ ਫੁੱਫੋ ਦਾ ਬੇਟਾ ਫੌਤ ਹੋਇਆ, ਉਸ ਤੋਂ ਪਹਿਲੇ ਸਾਡੀ ਫੁੱਫੋ 3 ਮਹੀਨੇ ਪਹਿਲੇ ਫੌਤ ਹੋਏ ਸਨ, ਉਸ ਤੋਂ ਬਾਅਦ ਫੁੱਫੋ ਦਾ ਬੇਟਾ ਫੌਤ ਹੋ ਗਿਆ, ਅਚਾਨਕ ਜਵਾਨ ਮੌਤ ਹੋ ਗਈ, ਕੈਂਸਰ ਅਚਾਨਕ ਡਾਇਗਨੋਜ਼ ਹੋ ਗਿਆ, ਫੌਤ ਹੋ ਗਿਆ। ਹੁਣ ਗੱਲ ਇਹ ਵੇ